इंसाफ लैण लई दर दर ਦੀਆਂ ਠੋਕਰਾਂ ਖਾਂਦੇ ਰਹੇ। कैप्टन अमरिंदर सिंह ਦੇ 4.5 साल मैं चक्कर करता रहा, एक बारी मुलाकात नहीं की। ग्रुप लैंड ग्रैबरां ਦਾ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਸ਼ਹਿ ਪ੍ਰਾਪਤ ਸੀ ਪਹਿਲੇ ਅਕਾਲੀ MLA ਦੀ ਵੀ, ਬਾਅਦ ਵਿੱਚ ਕਾਂਗਰਸ ਦੇ MLA ਦੀ, ਮੰਤਰੀ ਦੇ ਰਿਸ਼ਤੇਦਾਰ ਦੀ ਵੀ। ਕੋਲ ਇੱਕ सबूत है, एक कागज़ मौजूद है। जिथे किते भी मेरी कोई गलती मैं साबित होवां, मैं गुनाहगार हाँ और सज़ा दा हकदार। ਮੰਤਰੀ ਮਨਪ੍ਰੀਤ ਬਾਦਲ ਉੱਥੋਂ ਰਹੇ ਨੇ ਬਠਿੰਡੇ ਤੋਂ, ਤੇ ਸੁਭਾਵਕ ਹੈ ਫਿਰ ਮਨਪ੍ਰੀਤ ਬਾਦਲ ਦੇ ਬੰਦੇ ਹੈ। ਮੇਰੀ ਬਿਲਕੁਲ ਨਹੀਂ ਸੁਣਾਈ ਗਈ। ਉਹਨਾਂ ਦਾ ਸਾਲਾ ਸਾਹਿਬ ਇਸ ਦੇ ਵਿੱਚ ਇਨਵੋਲਵ ਸੀਗੇ, ਜਿਨ੍ਹਾਂ ਨੇ ਮੈਨੂੰ ਇਨਸਾਫ ਨਹੀਂ ਲੈਣ ਦਿੱਤਾ। ਮੈਂ ਮੀਡੀਆ ਰਾਹੀਂ ਤੁਹਾਡੇ ਨੂੰ ਅਪੀਲ ਕਰ ਰਿਹਾ ਕਿ ਤੁਹਾਡੀ ਪਬਲਿਕ ਦੇ ਵਿੱਚ ਪਤਾ ਲੱਗੇ, ਤੁਸੀਂ ਮੇਰੀ ਫਰਿਆਦ ਸੁਣੀ ਹੈ। ਇਲਾਕਾ ਲਾਲ ਦੀ ਜ਼ਮੀਨ ਛੁਡਾ ਕੇ ਮੈਨੂੰ ਦਿਓ ਇਹਨਾਂ ਲੈਂਡ ਗ੍ਰੈਬਰਾਂ ਤੋਂ, ਔਰ ਦੁਨੀਆ ਇਹ ਦੇਖੇ ਕਿ ਤੁਸੀਂ ਕਿੰਨਾ ਵਧੀਆ ਇਨਸਾਫ ਕੀਤਾ ਹੈ। ਪਿਛਲੀ ਵਾਰ ਉਹ ਧਿਰ ਨੇ ਕਿਹਾ ਸੀ ਸਾਡਾ ਰਾਜ਼ੀਨਾਮਾ ਹੋ ਚੁੱਕਿਆ, ਚੈੱਕ ਤੁਹਾਨੂੰ ਦੇ ਦਿੱਤੇ ਗਏ ਆ, ਉਹ ਸਾਰੇ ਸਬੂਤ ਆਪਣੇ ਨਾਲ ਰੱਖ। ਉਹ ਇਹਨਾਂ ਦੇ ਚੈੱਕ ਵੀ ਬਾਉਂਸ ਹੋ ਗਏ ਜੀ। ਇਹ ਰਾਜ਼ੀਨਾਮੇ ਦੀ ਵੀ ਪਰਵਾਹ ਨਹੀਂ ਕੀਤੀ। ਪੰਜਾਬ ਦੇ ਅੰਦਰ ਜੇਕਰ ਤੁਸੀਂ ਜਾਇਦਾਦ ਖਰੀਦਦੇ ਹੋ ਤਾਂ ਉਸ ਜਾਇਦਾਦ ਦੇ ਸਬੂਤ ਦੇ ਵਜੋਂ ਤੁਹਾਡੇ ਕੋਲ ਰਜਿਸਟਰੀ ਹੁੰਦੀ ਹੈ, ਤੁਹਾਡੇ ਕੋਲ ਫਰਦਾਂ ਹੁੰਦੀਆਂ ਨੇ, ਤੁਹਾਡੇ ਕੋਲ ਇੰਤਕਾਲ ਹੁੰਦਾ ਹੈ, ਜਾਂ ਫਿਰ ਦਿੱਤੇ ਹੋਏ ਪੈਸਿਆਂ ਦਾ ਤੁਹਾਡੇ ਕੋਲ ਸਬੂਤ ਹੁੰਦਾ ਹੈ। ਪਰ ਇਸ ਦੇ ਬਾਵਜੂਦ ਇੱਕ ਸ਼ਖਸ ਪੰਜਾਬ ਦਾ ਅਜਿਹਾ ਹੈ ਜਿਸ ਦੇ ਕੋਲ ਆਪਣੀ ਜਾਇਦਾਦ ਦੀ ਰਜਿਸਟਰੀ ਵੀ ਹੈਗੀ ਹੈ, ਇੰਤਕਾਲ ਵੀ ਹੈਗਾ, ਸਾਰੇ ਸਬੂਤ ਹੈਗੇ ਨੇ, ਪਰ ਨਹੀਂ ਹੈ ਤਾਂ ਉਸ ਦੇ ਕੋਲ ਆਪਣੀ ਜਾਇਦਾਦ ਦਾ ਕਬਜ਼ਾ। ਦਰ ਦੀਆਂ ਠੋਕਰਾਂ ਖਾ ਰਿਹਾ। 1 2 4 5 10 ਸਾਲ ਨਹੀਂ, ਪਿਛਲੇ ਤਕਰੀਬਨ 16 ਸਾਲ ਤੋਂ। ਕਿਹਾ ਜਾਂਦਾ ਹੈ ਕਿ 12 ਵਰ੍ਹਿਆਂ ਦੇ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਪਰ 16 ਵਰ੍ਹੇ ਬੀਤ ਚੁੱਕੇ ਨੇ ਤੇ ਇਸ ਸ਼ਖਸ ਨੂੰ ਆਪਣੇ ਪੈਸਿਆਂ ਦੀ ਖਰੀਦੀ ਹੋਈ ਜ਼ਮੀਨ ਦਾ ਇਨਸਾਫ ਨਹੀਂ ਮਿਲ ਰਿਹਾ, ਕਬਜ਼ਾ ਨਹੀਂ ਮਿਲ ਰਿਹਾ। ਕਬਜ਼ਾ ਇਹ ਨਹੀਂ ਹੈ ਕਿ ਕਿਸੇ ਕਾਗਜ਼ ਦੇ ਵਿੱਚ ਕੋਈ ਨੁਕਸ ਹੈਗਾ, ਕਾਰਨ ਇਹ ਹੈ ਕਿ ਜਿਹੜੀ ਜ਼ਮੀਨ ਖਰੀਦੀ ਸੀ, ਪੈਸੇ ਦਿੱਤੇ ਸੀ, ਉਸ ਜ਼ਮੀਨ ਤੇ ਕੁਝ ਚੰਦ ਲੋਕਾਂ ਨੇ ਸਿਆਸੀ ਛਹਿ ਤੇ ਇਹਨਾਂ ਦੇ ਮੁਤਾਬਕ ਕਬਜ਼ਾ ਕਰ ਲਿਆ ਤੇ ਇਹਨਾਂ ਨੂੰ ਟਾਟਾ ਬਾਏ ਬਾਏ ਕਰ ਦਿੱਤੀ ਹੈ। ਕਰੋੜਾਂ ਦੀ ਜਾਇਦਾਦ ਹੈ, ਛੱਡੀ ਵੀ ਨਹੀਂ ਜਾ ਸਕਦੀ। ਇਸ ਸ਼ਖਸ ਦਾ ਨਾਮ ਹੈ ਗਿਆਨ ਸਿੰਘ ਕਾਲੜਾ। ਲੁਧਿਆਣਾ ਦੇ ਰਹਿਣ ਵਾਲੇ ਨੇ, ਪਿਛੋਕੜ ਇਹਨਾਂ ਦਾ ਫਿਰੋਜ਼ਪੁਰ ਦਾ ਹੈ। ਆਪਣੇ ਭਰਾ ਦੇ ਨਾਲ ਸਾਂਝੇ ਤੌਰ ਤੇ ਪ੍ਰਾਪਰਟੀ ਖਰੀਦਦੇ ਨੇ ਤੇ ਦੂਸਰੀ ਵਾਰ ਸਾਡੇ ਨਾਲ ਜੁੜੇ ਨੇ ਕਿਉਂਕਿ ਪਿਛਲੀ ਸਰਕਾਰ, ਕੈਪਟਨ ਦੀ ਸਰਕਾਰ ਦੇ ਦਰਮਿਆਨ ਵੀ ਇਹਨਾਂ ਨੇ ਆਪਣੀ ਆਵਾਜ਼ ਮੀਡੀਆ 'ਚ ਆ ਕੇ ਬੁਲੰਦ ਕੀਤੀ ਸੀ। ਪਰ 5 ਵਰ੍ਹੇ ਬੀਤਣ ਦੇ ਬਾਅਦ, ਵੈਸੇ ਤਾਂ 16 ਵਰ੍ਹਿਆਂ ਦੇ ਤਕਰੀਬਨ ਸਮਾਂ ਬੀਤ ਗਿਆ, ਪਰ ਪਿਛਲੇ 5 ਵਰ੍ਹੇ ਬੀਤਣ ਦੇ ਬਾਅਦ ਵੀ ਇਹਨਾਂ ਦੀ ਨਹੀਂ ਸੁਣੀ ਗਈ ਤੇ ਅੱਜ ਇੱਕ ਵਾਰ ਫਿਰ ਜਗਬਾਣੀ ਦੇ ਰਾਹੀਂ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਪਹੁੰਚੇ ਨੇ ਗਿਆਨ ਸਿੰਘ ਕਾਲੜਾ ਹੋਰਾਂ ਦੀ ਜ਼ੁਬਾਨੀ। ਮੈਂ ਇੱਕ ਵਾਰ ਫਿਰ ਤੁਹਾਨੂੰ ਪੂਰਾ ਕੇਸ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਕਾਲੜਾ ਸਾਹਿਬ, 5 ਵਰ੍ਹਿਆਂ ਬਾਅਦ ਫਿਰ ਮੁਲਾਕਾਤ ਹੁੰਦੀ ਹੈ, ਸੁਭਾਵਕ ਹੈ ਕਿ ਇਸ ਗੱਲ ਦਾ ਦਰਦ ਤਾਂ ਤੁਹਾਨੂੰ ਬਹੁਤ ਹੈ, ਪਰ ਮੈਂ ਚਾਹੂੰਗਾ ਕਿ ਇੱਕ ਵਾਰ ਫਿਰ ਤੋਂ ਪੁਰਾਣੀ ਕਹਾਣੀ ਤੁਸੀਂ ਤਫਸੀਲ ਕਰੋ। ਮਸਲਾ ਬੀਤਿਆ ਕੀ ਸੀ ਇਹ ਬਠਿੰਡੇ ਵਾਲੀ ਜ਼ਮੀਨ ਦਾ? ਸੋਢੀ ਸਾਹਿਬ, ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡੀ ਮੀਡੀਆ ਜਗਬਾਣੀ ਜੀ ਦਾ ਮੈਂ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਆਵਾਜ਼ ਪਹਿਲਾਂ ਵੀ ਬੁਲੰਦ ਕੀਤੀ ਸੀ, ਪਰ ਉਦੋਂ ਦੀ ਸਰਕਾਰ, ਇਹਨਾਂ ਦੇ ਪਾਲੇ ਹੋਏ ਬੰਦੇ, ਇਹਨਾਂ ਦੀ ਗੁੰਡਾਗਰਦੀ ਨੇ ਮੈਨੂੰ ਬਿਲਕੁਲ ਇਨਸਾਫ ਨਹੀਂ ਦਿੱਤਾ। ਇਹਨਾਂ ਨੇ ਲੈਂਡ ਗ੍ਰੈਬਰ ਪਾਲੇ ਹੋਏ ਸੀ, ਇਹਨਾਂ ਦੇ ਚਮਚੇ ਲੈਂਡ ਗ੍ਰੈਬਰ ਹੈਗੇ ਨੇ, ਇਹਨਾਂ ਦੇ ਰਿਸ਼ਤੇਦਾਰ ਗ੍ਰੈਬਰ ਨੇ, ਜਿਨ੍ਹਾਂ ਦੇ ਵਿੱਚੋਂ ਮੁਕੇਸ਼ ਕੁਮਾਰ, ਇੱਕ MLA ਦਾ ਰਿਸ਼ਤੇਦਾਰ, ਇੱਕ ਅਸ਼ੋਕ ਕੁਮਾਰ, ਡਾਕਟਰ ਅਸ਼ੋਕ ਕੁਮਾਰ ਕਹਿੰਦੇ ਨੇ ਉਸ ਨੂੰ, ਇੱਕ ਸਤਿੰਦਰ ਸਿੰਘ ਰੂਬੀ, ਤਿੰਨਾਂ ਦਾ ਗਰੁੱਪ ਲੈਂਡ ਗ੍ਰੈਬਰਾਂ ਦਾ ਬਣਿਆ ਹੋਇਆ ਹੈ, ਜਿਨ੍ਹਾਂ ਨੂੰ ਸ਼ਹਿ ਪ੍ਰਾਪਤ ਸੀ ਪਹਿਲੇ ਅਕਾਲੀ MLA ਦੀ ਵੀ, ਬਾਅਦ ਵਿੱਚ ਕਾਂਗਰਸ ਦੇ MLA ਦੀ, ਮੰਤਰੀ ਦੇ ਰਿਸ਼ਤੇਦਾਰ ਦੀ ਵੀ, ਜਿਨ੍ਹਾਂ ਨੇ ਚੰਗੀ ਤਰ੍ਹਾਂ ਲੁੱਟ ਖਸੁੱਟ ਕੀਤੀ ਬਠਿੰਡੇ ਦੇ ਵਿੱਚ ਇਸ ਲੈਂਡ ਗ੍ਰੈਬਰ ਗਰੁੱਪ ਨੇ। ਔਰ ਤੁਸੀਂ ਮੇਰੇ ਤੋਂ ਇਲਾਵਾ ਸੈਂਕੜੇ ਬੰਦੇ ਐਸੇ ਲੁੱਟ ਦੇ ਸ਼ਿਕਾਰ ਹੋਏ ਨੇ, ਜਿਨ੍ਹਾਂ ਨੂੰ ਇਹਨਾਂ ਨੇ ਪਿਛਲੀ ਸਰਕਾਰਾਂ ਦੇ ਗੁੰਡਿਆਂ ਨੇ ਨੇੜੇ ਨਹੀਂ ਲੱਗਣ ਦਿੱਤਾ ਅਤੇ ਨਾ ਇਨਸਾਫ ਮਿਲਿਆ। ਅਸੀਂ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਂਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੇ 4.5 ਸਾਲ ਮੈਂ ਚੱਕਰ ਕਰਦਾ ਰਿਹਾ, ਇੱਕ ਵਾਰੀ ਮੁਲਾਕਾਤ ਨਹੀਂ ਕੀਤੀ। ਪੁਲਿਸ ਪ੍ਰਸ਼ਾਸਨ ਇਹਨਾਂ ਦੀ ਮੁਤਾਬਕ ਚੱਲ ਰਿਹਾ ਸੀਗਾ। ਇਹਨਾਂ ਬੰਦਿਆਂ ਦੇ ਉੱਤੇ, ਅਸ਼ੋਕ ਕੁਮਾਰ ਦੇ ਉੱਤੇ ਕਈ ਕੇਸ 420 ਦੇ ਔਰ 376 ਰੇਪ ਦਾ ਵੀ ਕੇਸ ਹੈਗਾ, ਲੇਕਿਨ ਪੁਲਿਸ ਨੇ ਅੱਜ ਤੱਕ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਪਰ ਤੁਹਾਡੇ ਨਾਲ ਹੋਇਆ ਕੀ ਹੈ? ਮੈਂ ਅਤੇ ਮੇਰੇ ਭਰਾ ਡਾਕਟਰ ਚਰਨਜੀਤ ਸਿੰਘ ਕਾਲੜਾ ਨੇ ਤਕਰੀਬਨ 15-16 ਸਾਲ ਪਹਿਲੇ ਇਹ ਜ਼ਮੀਨ ਖਰੀਦੀ ਸੀ ਇਹਨਾਂ ਦੇ ਕੋਲੋਂ। ਮੁਕੇਸ਼ ਕੁਮਾਰ ਨੇ ਰਜਿਸਟਰੀਆਂ ਕਰਾਈਆਂ ਸੀ ਅਤੇ ਇਹ ਮੇਰੇ ਭਾਈਵਾਲ ਸੀਗੇ ਅਸ਼ੋਕ ਕੁਮਾਰ ਅਤੇ ਸਤਿੰਦਰ ਸਿੰਘ ਰੂਬੀ।
ਬਠਿੰਡੇ ਦੇ ਵਿੱਚ ਇਹਨਾਂ ਦੀ ਰਲਾ ਮਿਲੀ। ਮੈਂ ਫਿਰੋਜ਼ਪੁਰ ਤੋਂ ਆਉਂਦਾ ਸੀ, ਇਹਨਾਂ ਨੇ ਰਲ ਮਿਲ ਕੇ ਮੇਰੇ ਨਾਲ ਠੱਗੀ ਮਾਰੀ, ਮੇਥੋਂ ਪੈਸੇ ਵੀ ਲੈ ਲਏ। ਪੈਸਿਆਂ ਦੀ ਰਸੀਦਾਂ, ਕਾਗਜ਼ ਸਾਰੇ ਮੇਰੇ ਕੋਲ ਮੌਜੂਦ ਨੇ। ਆਹ ਰਜਿਸਟਰੀਆਂ ਹੈਗੀਆਂ। ਜਦੋਂ ਇਹਨਾਂ ਨੂੰ ਪੁਲਿਸ ਬੁਲਾਉਂਦੀ ਸੀ, ਆਉਂਦੇ ਨਹੀਂ ਸੀ, ਤੇ ਮੈਂ ਚੱਕਰ ਖਾ ਕੇ ਵਾਪਸ ਚਲਾ ਜਾਂਦਾ ਸੀ। ਮੈਂ ਬਹੁਤ ਤਰਲੇ ਮਿੰਤੇ ਇਹਨਾਂ ਦੇ ਕੀਤੇ ਦੁਨੀਆ ਨੂੰ। ਨਹੀਂ, ਪਰ ਕਾਲਾ ਸਾਹਿਬ ਠੱਗੀ ਵੱਜੀ ਕਿਵੇਂ? ਤੁਸੀਂ ਪੂਰਾ ਕੇਸ ਸਮਝਾਓ। ਮੈਂ ਚਾਹਣਾ ਕਿ ਤੁਸੀਂ ਪੂਰੀ ਗੱਲ ਸਮਝਾਓ। ਤੁਸੀਂ ਕਿੰਨੀ ਜ਼ਮੀਨ ਲਈ, ਕਿੰਨੇ ਤੁਸੀਂ ਹਿੱਸੇਦਾਰ ਸੀ? ਜਦੋਂ ਰਜਿਸਟਰੀ ਤੁਹਾਡੇ ਕੋਲ ਹੈ ਤੇ ਫਿਰ ਠੱਗੀ ਕਿਵੇਂ ਹੋਈ? 9.5 ਏਕੜ ਦੇ ਕਰੀਬ ਇਹ ਰਜਿਸਟਰੀ ਅਸੀਂ ਰਲ ਕੇ 3 ਜਣਿਆਂ ਨੇ ਅਸੀਂ ਇਹ ਜਗ੍ਹਾ ਲਈ ਸੀ। ਮੈਂ 35 ਪੈਸੇ ਦਾ ਭਾਈਵਾਲ ਸੀਗਾ, 50 ਪੈਸੇ ਦਾ ਭਾਈਵਾਲ ਸਤਿੰਦਰ ਸਿੰਘ ਰੂਬੀ ਸੀ, ਇਹ 15 ਪੈਸੇ ਦਾ ਇਹ ਅਸ਼ੋਕ ਕੁਮਾਰ ਦਲਾਲ ਸੀਗਾ। ਕਿੰਨੇ ਦੀ ਲਈ ਤੁਸੀਂ ਜ਼ਮੀਨ? ਇਹ ਅਪਰੋਕਸੀਮੇਟਲੀ ਅਸੀਂ 3.5 ਕਰੋੜ ਰੁਪਏ ਦੇ ਕਰੀਬ ਅਸੀਂ ਜਗ੍ਹਾ ਲਈ ਸੀ। ਠੀਕ ਹੈ, ਜਗ੍ਹਾ ਲੈ ਲਈ, ਰਜਿਸਟਰੀ ਹੋ ਗਈ। ਰਜਿਸਟਰੀ ਹੋ ਗਈ। ਕੁਝ ਪਲਾਟ ਅਸੀਂ ਵੇਚੇ ਗਏ ਤੇ ਬਾਕੀ ਬਚਦੇ ਜਿਹੜੇ ਸਾਡੇ ਹਿੱਸੇ ਸੀ ਇਹਨਾਂ ਨੇ ਹਿੱਸਾ ਨਹੀਂ ਦਿੱਤਾ। ਉਦੋਂ ਵੀ ਸਰਕਾਰਾਂ ਨੂੰ ਅਪੀਲ ਕਰਕੇ ਬੜੀ ਮੁਸ਼ਕਲਾਂ ਨਾਲ ਇਹਨਾਂ ਨੇ ਮੇਰੇ ਨਾਲ ਰਜਿਸਟਰੀਆਂ ਕੀਤੀਆਂ, ਮੇਰੇ ਭਰਾ ਦੇ ਨਾਮ ਵੀ ਕੀਤੀਆਂ, ਤੇ ਕੁਝ ਰਜਿਸਟਰੀਆਂ ਬਾਕੀ ਹੈਗੀਆਂ। ਠੀਕ ਹੈ। ਉਸ ਤੋਂ ਬਾਅਦ ਮੈਂ ਇਹਨਾਂ ਦੇ ਬਹੁਤ ਫੇਰੇ ਪਾਏ ਔਰ ਇਹਨਾਂ ਨੇ ਕੀ ਕੀਤਾ, ਅੱਗੇ ਰਲ ਮਿਲ ਕੇ ਰਾਵਾਂ ਦੀ ਰਜਿਸਟਰੀ ਆਪਣੇ ਰਿਸ਼ਤੇਦਾਰਾਂ ਨੇ ਦਾ ਨਾਂ ਕਰਾ ਕੇ ਪਲਾਟ ਮੇਰੇ ਆਪਣੇ ਕੋਲ ਰੱਖ ਲੈਣੇ। ਕਹਿਣ ਦਾ ਮਤਲਬ ਇਹ ਵੀ ਇਹ ਇਕੱਲੇ ਨਹੀਂ ਹੈਗੇ, ਵਿੱਚ ਅਫਸਰਸ਼ਾਹੀ ਵੀ ਹੈਗੀ ਹੈ। ਅਫਸਰਸ਼ਾਹੀ ਔਰ ਮੰਤਰੀ ਦਾ ਰਿਸ਼ਤੇਦਾਰ ਔਰ ਐਮਐਲਏ ਦੇ ਰਿਸ਼ਤੇਦਾਰ ਵੀ ਮੌਜੂਦ ਹੈ। ਮੇਰੇ ਕੋਲ ਇੱਕ ਸਬੂਤ ਹੈ, ਇੱਕ ਕਾਗਜ਼ ਮੌਜੂਦ ਹੈ। ਜਿੱਥੇ ਕਿਤੇ ਵੀ ਮੇਰੀ ਕੋਈ ਗਲਤੀ ਮੈਂ ਸਾਬਤ ਹੋਵਾਂ, ਮੈਂ ਗੁਨਾਹਗਾਰ ਹਾਂ ਔਰ ਸਜ਼ਾ ਦਾ ਹੱਕਦਾਰ ਹਾਂ। ਮੇਰੇ ਇੱਕ ਕਾਗਜ਼ ਦੇ ਵਿੱਚ, ਇੱਕ ਰਜਿਸਟਰੀ ਦੇ ਵਿੱਚ, ਇੱਕ ਕਿਸੇ ਦੀ। ਔਰ ਕਈ ਵਾਰ ਇਹਨਾਂ ਨੇ ਮੇਰੇ ਨਾਲ ਕੰਪਰੋਮਾਈਜ਼ ਕਰ ਲਿਆ ਵੀ ਪੁਲਿਸ ਨੇ ਨਾ ਜਾ, ਕੰਪਰੋਮਾਈਜ਼ ਕਰਕੇ ਵੀ ਇਹਨਾਂ ਨੇ ਮੇਰੇ ਨਾਲ ਮੈਨੂੰ ਜ਼ਮੀਨ ਨਹੀਂ ਦਿੱਤੀ। ਹਾਂ, ਮੰਤਰੀ ਮਨਪ੍ਰੀਤ ਬਾਦਲ ਉੱਥੋਂ ਰਹੇ ਨੇ ਬਠਿੰਡੇ ਤੋਂ, ਤੇ ਸੁਭਾਵਕ ਹੈ ਫਿਰ ਮਨਪ੍ਰੀਤ ਬਾਦਲ ਦੇ ਬੰਦੇ ਇਹ। ਮੈਂ ਉਹਨਾਂ ਨੂੰ ਵੀ ਬੜੀ ਮਿਹਨਤ ਕੀਤੀ, ਬੜੀ ਵਾਰ ਗਿਆ ਔਰ ਮੇਰੀ ਬਿਲਕੁਲ ਨਹੀਂ ਸੁਣਾਈ ਗਈ। ਉਹਨਾਂ ਦਾ ਸਾਲਾ ਸਾਹਿਬ ਇਸ ਦੇ ਵਿੱਚ ਇਨਵੋਲਵ ਸੀਗੇ, ਜਿਨ੍ਹਾਂ ਨੇ ਮੈਨੂੰ ਇਨਸਾਫ ਨਹੀਂ ਲੈਣ ਦਿੱਤਾ। ਔਰ ਇਹ ਜਿਹੜੇ ਬੰਦੇ ਨੇ ਇਹ ਰਲ ਮਿਲ ਕੇ ਮੰਤਰੀਆਂ ਦੀ ਸ਼ਹਿ ਦੇ ਉੱਤੇ ਕੰਮ ਕਰਦੇ ਨੇ। ਔਰ ਮੈਂ ਇਸ ਉਮੀਦ ਨਾਲ, ਕਿਉਂਕਿ ਇਹ ਖਾਸ ਆਦਮੀਆਂ ਦਾ ਗਰੁੱਪ ਸੀਗਾ, ਮੈਂ ਆਮ ਆਦਮੀ ਨੂੰ ਬਿਲੋਂਗ ਕਰਦਾ, ਮੈਂ ਆਮ ਆਦਮੀ ਦੀ ਸਰਕਾਰ ਦੀ ਉਡੀਕ ਕਰਦਾ ਰਿਹਾ। ਔਰ ਮੈਂ ਇਸ ਉਮੀਦ ਦੇ ਨਾਲ ਸਰਕਾਰ ਜਦੋਂ ਸ਼੍ਰੀ ਭਗਵੰਤ ਮਾਨ ਜੀ ਦੀ ਆਈ ਤਾਂ ਮੇਰੀ ਉਮੀਦ ਜਾਗੀ ਵੀ ਕੇਜਰੀਵਾਲ ਉਹਨਾਂ ਨੇ ਇਹਨਾਂ ਨੂੰ ਥਾਪੜਾ ਦਿੱਤਾ ਹੈ, ਇਨਸਾਫ ਕਰਨ ਵਾਸਤੇ ਪੰਜਾਬ ਵਿੱਚ ਭੇਜਿਆ। ਮੈਂ ਮਾਨ ਸਾਹਿਬ ਤੁਹਾਡਾ ਬਹੁਤ ਵੱਡਾ ਫੈਨ ਆ। ਤੁਸੀਂ ਜੋ ਕਰਪਸ਼ਨ ਮੁਕਤ, ਨਸ਼ਾ ਮੁਕਤ ਪੰਜਾਬ ਜੋ ਤੁਸੀਂ ਕਰ ਰਹੇ ਹੋ, ਅਸੀਂ ਸਾਰੀ ਜ਼ਿੰਦਗੀ ਪੰਜਾਬ ਵਾਸੀ ਤੁਹਾਡਾ ਦੇਣਾ ਨਹੀਂ ਦੇ ਸਕਦੇ। ਤੁਸੀਂ ਜੋ ਪਬਲਿਕ ਦਾ ਭਲਾ ਕਰ ਰਹੇ ਹੋ, ਤੁਸੀਂ ਪਬਲਿਕ ਦੇ ਪਿੱਛੇ ਆਪਣੇ ਮੰਤਰੀ ਨੂੰ ਨਹੀਂ ਬਖਸ਼ਿਆ, ਕਰਪਸ਼ਨ ਨੂੰ ਨੱਥ ਪਾਉਣ ਲਈ ਆਪਣੇ ਮੰਤਰੀ ਨੂੰ ਬਖਸ਼ਿਆ। ਮੈਂ ਤੁਹਾਨੂੰ ਬੇਨਤੀ ਕਰਾਂਗਾ, ਜਿਹੜਾ ਜਿਸ ਨੇ ਵੀ ਬੇਈਮਾਨੀ ਕੀਤੀ ਹੈ, ਨਸ਼ਾ ਮੁਕਤ ਪੰਜਾਬ ਤੁਸੀਂ ਬਣਾ ਰਹੇ ਹੋ, ਇਹ ਲੈਂਡ ਗੈਬਰਾਂ ਮੁਕਤ ਵੀ ਪੰਜਾਬ ਬਣਾਓ। ਔਰ ਮੈਂ ਤੁਹਾਨੂੰ ਬੇਨਤੀ ਕਰਦਾ, ਮੈਂ ਤੁਹਾਨੂੰ ਨਾ ਦੇਣਾ, ਮੈਂ ਤੁਹਾਨੂੰ ਸਬੂਤ ਦੇਣਾ, ਇਹਨਾਂ ਨੂੰ ਨੱਥ ਪਾਈ ਜਾਏ ਔਰ ਅਫਸਰਸ਼ਾਹੀ ਜਿਹੜੀ ਇਹਨਾਂ ਦੇ ਨਾਲ ਰਲੀ ਹੋਈ ਹੈ ਉਹਨਾਂ ਨੂੰ ਵੀ ਨੱਥ ਪਾਈ ਜਾਵੇ। ਤੁਸੀਂ ਮਾਨ ਸਾਹਿਬ ਤੱਕ ਅਪਰੋਚ ਕੀਤੀ ਮਿਲਣ ਦੀ? ਹੁਣ ਨਵੀਂ ਸਰਕਾਰ ਮੈਂ ਮਾਨ ਸਾਹਿਬ ਦੀ ਕੋਠੀ ਵੀ ਹਾਜ਼ਰ ਹੋ ਸਕਦਾ। ਮਾਨ ਸਾਹਿਬ ਸਭ ਨੂੰ ਮਿਲਦੇ ਨੇ, ਬੜੇ ਦਰਿਆ ਦਿਲੀ ਇਨਸਾਨ ਹੈਗੇ ਨੇ। ਮੈਂ ਮਾਨ ਸਾਹਿਬ ਦੀ ਕੋਠੀ ਇਸ ਲਈ ਨਹੀਂ ਗਿਆ, ਮੈਂ ਪਬਲਿਕ ਨੂੰ ਦਿਖਾਉਣਾ ਚਾਹੁੰਦਾ। ਮਾਨ ਸਾਹਿਬ, ਮੈਂ ਮੀਡੀਆ ਰਾਹੀਂ ਤੁਹਾਡੇ ਨੂੰ ਅਪੀਲ ਕਰ ਰਿਹਾ ਕਿ ਤੁਹਾਡੀ ਪਬਲਿਕ ਦੇ ਵਿੱਚ ਪਤਾ ਲੱਗੇ ਤੁਸੀਂ ਮੇਰੀ ਫਰਿਆਦ ਸੁਣੀ ਹੈ। ਜਿਵੇਂ ਤੁਸੀਂ 2600 ਏਕੜ ਜ਼ਮੀਨ ਸਰਕਾਰ ਦੀ ਛੁਡਾ ਕੇ ਦਿੱਤੀ ਹੈ, ਉਸੇ 8800 ਕਿੱਲਾ ਹੋਰ ਤੁਹਾਡੇ ਕੋਲ ਪਈ ਹੈ ਛੁਡਾਉਣ ਲਈ। ਮੈਂ ਵੀ ਮੇਰੀ ਹਲਕ ਹਲਾਲ ਦੀ ਜ਼ਮੀਨ ਛੁਡਾ ਕੇ ਮੈਨੂੰ ਦਿਓ ਇਹਨਾਂ ਲੈਂਡ ਗ੍ਰੈਬਰਾਂ ਤੋਂ, ਔਰ ਦੁਨੀਆ ਇਹ ਦੇਖੇ ਕਿ ਤੁਸੀਂ ਕਿੰਨਾ ਵਧੀਆ ਇਨਸਾਫ ਕੀਤਾ ਹੈ। ਔਰ ਮੈਂ ਤੁਹਾਡੇ ਇਨਸਾਫ ਦੇ ਲਈ ਮੈਂ ਇੱਥੇ ਮੀਡੀਆ ਪਹੁੰਚਿਆ, ਔਰ ਮੈਂ ਤੁਹਾਡੇ ਕੋਲ ਕੋਠੀ ਵੀ ਜਦੋਂ ਮੈਨੂੰ ਹੁਕਮ ਕਰੋਗੇ ਮੈਂ ਤੁਹਾਡੇ ਕੋਲ ਪਹੁੰਚਾਂਗਾ। ਔਰ ਮੈਂ ਇਹ ਚਾਹਾਂਗਾ ਸਾਰੀ ਪਬਲਿਕ ਨੂੰ ਕਿ ਮਾਨ ਸਾਹਿਬ ਨੂੰ ਅਸੀਂ ਸਾਰੇ ਗੋਲਡ ਮੈਡਲ ਨਾਲ ਸਨਮਾਨਿਤ ਕਰੀਏ, ਜਿਹੋ ਜਿਹੇ ਕੰਮ ਕਰ ਰਹੇ ਨੇ ਔਰ ਜਿਹੋ ਜਿਹੇ ਪਬਲਿਕ ਨੂੰ ਸਾਂਭ ਦੇ ਰਹੇ ਹੋ। ਮੈਂ ਵੀ ਐਸੇ ਉਮੀਦ ਦੇ ਨਾਲ, ਐਸੇ ਇਨਸਾਫ ਲਈ ਅੱਜ ਜਗਬਾਣੀ ਦੇ ਦਫ਼ਤਰ ਮੀਡੀਆ ਆ ਕੇ ਤੁਹਾਡੇ ਨਾਲ ਅਪਰੋਚ ਕਰ ਰਿਹਾ ਹਾਂ। ਅਫਸਰਸ਼ਾਹੀ ਤੁਹਾਨੂੰ ਕੀ ਕਹਿੰਦੀ ਹੈ? ਪੁਲਿਸ ਆਫੀਸਰ ਕੀ ਕਹਿੰਦੇ ਆ? ਹੁਣ ਪੁਲਿਸ ਅਫਸਰ ਵੀ ਕਾਫੀ ਬਦਲ ਗਏ ਨੇ। ਮਾਨ ਸਾਹਿਬ ਦੇ ਆਉਣ ਨਾਲ ਸੱਚਾਈ ਤੇ ਆਉਣਾ ਸ਼ੁਰੂ ਹੋ ਗਏ ਨੇ। ਮੇਰੀ ਐਪਲੀਕੇਸ਼ਨ ਐਸਐਸਪੀ ਬਠਿੰਡਾ ਕੋਲ ਵੀ ਪਈ ਹੋਈ ਹੈ, ਲੇਕਿਨ ਫਿਰ ਵੀ ਮੈਂ ਜਲਦੀ ਇਨਸਾਫ ਦੀ ਉਮੀਦ ਦੇ ਨਾਲ
ਮੈਂ ਮਾਨ ਸਾਹਿਬ ਨੂੰ ਕਹਿਣਾ, ਮਾਨ ਸਾਹਿਬ ਮੈਨੂੰ ਜਲਦੀ ਇਨਸਾਫ ਦਿਵਾਓ। ਆ ਰਜਿਸਟਰੀਆਂ ਜਿਹੜੀਆਂ ਕਿ ਅਸੀਂ ਪੈਸੇ ਦੇ ਕੇ ਸਰਕਾਰੀ ਖਜ਼ਾਨੇ 'ਚ ਪੈਸੇ ਜਮ੍ਹਾਂ ਕੇ ਕਰਾਈਆਂ, ਇਹਦਾ ਹੱਕ, ਇਹਦਾ ਸੱਚ ਹੈ, ਰਜਿਸਟਰੀ ਸਾਬਤ ਕਰਦੀ ਹੈ। ਕਹਿਣ ਦਾ ਭਾਵ ਇਹ ਹੈ ਕਿ ਇਹ ਰੈਵਨਿਊ ਡਿਪਾਰਟਮੈਂਟ ਦਾ ਘੁਟਾਲਾ ਵੀ ਹੈ। ਕੱਲਾ ਇਹ ਨਹੀਂ ਹੈ ਕਿ ਇਹ ਕੋਈ ਉਹਨਾਂ ਵਿਅਕਤੀਆਂ ਨੇ ਇਕੱਲਿਆਂ ਨੇ ਤੁਹਾਡੇ ਮੁਤਾਬਕ ਇਹ ਗੁਨਾਹ ਕੀਤਾ ਹੈ। ਜੇਕਰ ਤੁਸੀਂ ਸੱਚ ਬੋਲ ਰਹੇ ਹੋ ਤਾਂ ਇਹ ਫਿਰ ਰੈਵਨਿਊ ਡਿਪਾਰਟਮੈਂਟ ਦਾ ਵੀ ਘੁਟਾਲਾ ਬਣਦਾ ਹੈ ਤੇ ਮਿਨਿਸਟਰੀ ਆਫ ਹੋਮ ਯਾਨੀ ਕਿ ਪੁਲਿਸ ਦੇ ਕੋਲ ਇਹ ਮਾਮਲਾ ਹੈਗਾ। ਤੇ ਹੁਣ ਸਟੇਟਸ ਕੀ ਹੈ ਕੇਸ ਦਾ ਤੁਹਾਡੇ ਦਾ? ਹੁਣ ਕੇਸ ਦਾ ਹੈਗਾ ਜੀ ਕਿ ਉੱਥੇ ਐਪਲੀਕੇਸ਼ਨ ਪਈ ਹੈ, ਮੇਰਾ ਬ੍ਰਦਰ ਡਾਕਟਰ ਚਰਨਜੀਤ ਸਿੰਘ ਕਾਲਰਾ ਦੇ ਨਾਂ ਤੇ ਵੀ ਜ਼ਮੀਨ ਹੈਗੀ ਹੈ, ਮੇਰੇ ਨਾਂ ਤੇ ਵੀ ਹੈਗੀ ਹੈ। ਇਹ ਝੂਠੇ ਪ੍ਰੋਮਿਸ ਕਰਕੇ ਚਲੇ ਜਾਂਦੇ ਨੇ, ਪੁਲਿਸ ਬੁਲਾਉਂਦੀ ਆਂਦੀ ਨਹੀਂ। ਮਹੀਨੇ ਹੋ ਗਏ ਨੇ ਕੇਸ ਨੂੰ ਪੈਂਡਿੰਗ ਪਏ ਨੂੰ, ਕਿਉਂਕਿ ਪੁਲਿਸ ਹੈਲਪ ਕਰਨਾ ਚਾਹ ਰਹੀ ਹੈ ਪਰ ਇਹ ਪੁਲਿਸ ਦੇ ਬੁਲਾਉਣ ਤੇ ਵੀ ਨਹੀਂ ਆਉਂਦੇ। ਪਿਛਲੀ ਵਾਰ ਉਹ ਧਿਰ ਨੇ ਕਿਹਾ ਸੀ ਸਾਡਾ ਰਾਜ਼ੀਨਾਮਾ ਹੋ ਚੁੱਕਿਆ, ਚੈੱਕ ਤੁਹਾਨੂੰ ਦੇ ਦਿੱਤੇ ਗਏ ਆ, ਉਹ ਸਾਰੇ ਸਬੂਤ ਆਪਣੇ ਨਾਲ ਰੱਖ, ਉਹ ਇਹਨਾਂ ਦੇ ਚੈੱਕ ਵੀ ਬਾਉਂਸ ਹੋ ਗਏ ਜੀ। ਇਹ ਰਾਜ਼ੀਨਾਮੇ ਦੀ ਵੀ ਪਰਵਾਹ ਨਹੀਂ ਕੀਤੀ। ਇਹ ਸਾਰਾ ਕੁਝ ਪਿਆ, ਨਾ ਪੁਲਿਸ ਤੋਂ ਡਰਦੇ ਨੇ ਔਰ ਇੰਨੇ ਵੱਡੇ ਲੈਂਡ ਗ੍ਰੈਬਰ ਹੈ, ਇਹਨਾਂ ਦੇ ਤਾਰ ਬੜੇ ਵੱਡੇ ਜੁੜੇ ਨੇ। ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹ ਰਿਕੁਐਸਟ ਕਰਾਂਗਾ, ਇਹਨਾਂ ਦੀ ਬੜੀ ਉੱਚ ਸਤਰੀय ਜਾਂਚ ਕਰਾਓ, ਇਹਨਾਂ ਨੂੰ ਨੱਥ ਪਾਓ। ਔਰ ਹੋਰ ਵੀ ਅਗਰ ਤੁਸੀਂ ਚਾਹੋਗੇ ਤਾਂ ਤੁਹਾਡੇ ਕੋਲ 100 ਬੰਦਾ ਆਉਣ ਲਈ ਤਿਆਰ ਹੈ, ਇੰਨੇ ਤਿੰਨਾਂ ਬੰਦਿਆਂ ਪਿੱਛੇ। ਜਿਹੜੀ ਧਿਰ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਤਿੰਨਾਂ ਤੇ, ਕੀ ਤੁਸੀਂ ਉਹਨਾਂ ਦੇ ਸਾਹਮਣੇ ਬਹਿ ਕੇ ਮੀਡੀਆ ਤੇ ਗੱਲਬਾਤ ਕਰਨ ਦੇ ਲਈ ਤਿਆਰ ਹੋ? ਮੈਂ ਬਿਲਕੁਲ ਤਿਆਰ ਹਾਂ ਔਰ ਇਹਨਾਂ ਦੇ ਮੈਂ ਸਬੂਤ ਵੀ ਸਾਰੇ ਅਫਸਰਾਂ ਨੂੰ ਵੀ ਦਿੱਤੇ ਆ, ਤੁਹਾਨੂੰ ਵੀ ਦਿਖਾ ਰਿਹਾ। ਇਹਨਾਂ ਦੇ ਉੱਤੇ ਕਈ ਕੇਸ ਚੱਲ ਰਹੇ ਨੇ, ਰੇਪ ਦੇ ਵੀ ਕੇਸ ਚੱਲ ਰਹੇ ਨੇ, ਲੈਂਡ ਗ੍ਰੈਬਿੰਗ ਦੇ ਵੀ ਚੱਲ ਰਹੇ ਨੇ, 420 ਦੇ ਵੀ ਚੱਲ ਰਹੇ ਨੇ, ਬਹੁਤ ਕੇਸ ਚੱਲ ਰਹੇ ਨੇ ਇਹਨਾਂ ਤੇ। ਉਹ ਇੱਕ ਮੈਂ ਇਕੱਲਾ ਨਹੀਂ ਰੋ ਰਿਹਾ ਲਾਲਾ, ਕਈਆਂ ਦੀ ਅਪਰੋਚ ਨਹੀਂ ਪਹੁੰਚੀ। ਮੇਰੀ ਅਪਰੋਚ ਮੇਰੇ ਵਰਗੇ ਬੰਦੇ ਨਾਲ ਇਹ ਠੱਗੀ ਮਾਰ ਰਹੇ ਨੇ ਤੇ ਆਮ ਜਨਤਾ ਤੁਸੀਂ ਦੇਖੋ ਵਿਚਾਰੀ ਨਾਲ ਕੀ ਹਾਲ। ਤੁਹਾਡੀ ਸਿਟਿੰਗ ਕਿੰਨੀ ਕੁ ਵਾਰੀ ਹੋਈ ਹੈ? ਰਾਜ਼ੀਨਾਮੇ 'ਚ ਕੀ ਲਿਖਿਆ ਸੀ? ਰਾਜ਼ੀਨਾਮੇ ਦੇ 'ਚ ਨਾ ਲਿਖਿਆ ਸੀ ਹਫਤੇ 'ਚ ਇਹ ਚੈੱਕ ਦਿੰਦੇ ਆ ਔਰ ਹਫਤੇ ਦੇ ਵਿੱਚ ਤੁਹਾਨੂੰ ਅਸੀਂ ਰਜਿਸਟਰੀ ਕਰਾ ਕੇ ਤੁਹਾਡੇ ਹਵਾਲੇ ਕਰਾਂਗੇ ਬਾਕੀ ਜ਼ਮੀਨ ਦੀ। ਲੇਕਿਨ ਇਹਨਾਂ ਨੇ ਉਸ ਤੋਂ ਬਾਅਦ ਨਜ਼ਰ ਹੀ ਨਹੀਂ ਆਉਂਦੇ ਔਰ ਗੁੰਡਾਗਰਦੀ ਕਰਦੇ ਨੇ, ਟੈਲੀਫੋਨ 'ਚ ਧਮਕੀਆਂ ਦਿੰਦੇ ਨੇ, ਮਾਰਨ ਦੀਆਂ ਧਮਕੀਆਂ ਦਿੰਦੇ ਨੇ। ਮੈਂ ਕਈ ਵਾਰ ਮਨਪ੍ਰੀਤ ਬਾਦਲ ਨੂੰ ਉੱਥੇ ਚਿੱਠੀਆਂ ਲਿਖ ਕੇ ਐਸਐਸਪੀ ਨੂੰ ਔਰ ਸਾਰਿਆਂ ਨੂੰ ਕੀਤੀਆਂ, ਲੇਕਿਨ ਕੋਈ ਸੁਣਵਾਈ ਨਹੀਂ ਹੋਈ। ਪਹਿਲੀ ਸਰਕਾਰਾਂ ਦੇ ਪਾਲੇ ਹੋਏ ਗੁੰਡਿਆਂ ਨੇ ਕਿਸੇ ਨੂੰ ਕੋਈ ਨਹੀਂ ਦਿੱਤੀ। ਪਰ ਕਾਲਾ ਸਾਹਿਬ ਜੇ ਚੈੱਕ ਬਾਉਂਸ ਹੁੰਦੇ ਆ ਤੇ ਚੈੱਕ ਬਾਉਂਸ ਦਾ ਤਾਂ ਕੇਸ ਹੋ ਜਾਂਦਾ ਕੋਰਟ ਦੇ ਅੰਦਰ। ਮੈਂ ਕੇਸ ਵੀ ਕੀਤਾ ਹੈ, ਲੇਕਿਨ ਸਾਡਾ ਕਾਨੂੰਨ ਥੋੜਾ ਜਿਹਾ ਢਿੱਲਾ ਹੈਗਾ। ਉਹ ਢਿੱਲਾ ਪਤਾ ਨਹੀਂ ਕਦੋਂ ਇਨਸਾਫ ਮਿਲੇਗਾ ਮੈਨੂੰ। ਲੇਕਿਨ ਇਹਨਾਂ ਦੇ ਉੱਤੇ ਦੋਸ਼ ਵੀ ਪਾਏ ਗਏ ਨੇ। ਸਾਰੀ ਜਿਹੜੀ ਮੈਂ ਤੁਹਾਨੂੰ ਤਸ਼ਰੀਫ ਦੇ ਰਿਹਾ, ਇਹ ਸਾਰੀ ਤਫਸੀਲ ਦੇ ਰਿਹਾ, ਸਾਰੀ ਮੇਰੀ ਸਹੀ ਹੈ। ਸਾਰੇ ਮੇਰੇ ਕੋਲ ਇਹਨਾਂ ਦੇ ਉਹ ਪਏ ਹੋਏ ਨੇ ਕੰਪਰੋਮਾਈਜ਼ ਵਾਲੇ ਵੀ। ਤੁਹਾਡੇ ਕੋਲ ਸਬੂਤ ਇੱਕ ਰਜਿਸਟਰੀਆਂ ਵੀ, ਬਿਆਨੇ ਵੀ, ਰਸੀਦਾਂ ਵੀ, ਪੈਸੇ ਦੀ ਹਰ ਇੱਕ ਸਬੂਤ ਹੈ। ਕਿਤੇ ਵੀ ਮੇਰਾ ਸਬੂਤ ਵਿੱਚ ਕੋਈ ਕਮੀ ਆਵੇ ਤਾਂ ਮੈਂ ਦੇਣਦਾਰ ਹਾਂ ਜੀ। ਬਹੁਤ ਬਹੁਤ ਮਿਹਰਬਾਨੀ। ਤਾਂ ਪੰਜਾਬ ਦੇ ਅੰਦਰ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਪਿਛਲੇ 10 ਸਾਲ ਦੇ ਅੰਦਰ ਬਹੁਤ ਸਾਰੇ ਅਜਿਹੇ ਕੇਸ ਆਏ ਕਿ ਲੋਕਾਂ ਦੇ ਘਰਾਂ ਤੇ ਕਬਜ਼ੇ ਹੋ ਗਏ, ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਹੋ ਗਏ। ਬੇਸ਼ੱਕ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ, ਖਾਸ ਤੌਰ ਤੇ ਭਗਵੰਤ ਮਾਨ ਦੀ ਸਰਕਾਰ 'ਚ ਮੰਤਰੀ ਧਾਲੀਵਾਲ ਸਾਹਿਬ ਹਰਾਂ ਨੇ ਪੰਚਾਇਤ ਦੀ ਜ਼ਮੀਨ ਛਡਵਾਉਣ ਦੀ ਇੱਕ ਨਵੀਂ ਪਹਿਲ ਕੀਤੀ ਹੈਗੀ ਹੈ ਤੇ ਸਰਕਾਰ ਵੱਡੇ ਪੱਧਰ ਤੇ ਜ਼ਮੀਨ ਅਕਵਾਇਰ ਵੀ ਕਰ ਰਹੀ ਹੈ। ਬਹੁਤ ਸਾਰੇ ਪਿੰਡਾਂ ਤੋਂ ਕੇਸ ਵੀ ਸਾਹਮਣੇ ਆ ਰਹੇ ਨੇ, ਪਰ ਹਾਲੇ ਵੀ ਅਜਿਹੇ ਬਹੁਤ ਸਾਰੇ ਕੇਸ ਨੇ ਕਿ ਜਿੱਥੇ ਕੁਝ ਲੋਕਾਂ ਦੇ ਵੱਲੋਂ, ਧਨਾੜਵੰਤਾਂ ਦੇ ਵੱਲੋਂ ਆਪਣੀ ਸਿਆਸੀ ਸ਼ਹਿ ਤੇ ਕਬਜ਼ੇ ਕੀਤੇ ਗਏ ਨੇ। ਤਾਂ ਸੁਭਾਵਿਕ ਤੌਰ ਤੇ ਸਰਕਾਰ ਦੀ ਨੈਤਿਕਤਾ ਬਣਦੀ ਹੈ ਕਿ ਇਹਨਾਂ ਕੇਸਾਂ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਤੇ ਪੁਖਤਾ ਇਨਵੈਸਟੀਗੇਸ਼ਨ ਕਰਕੇ ਤੇ ਲੋਕਾਂ ਨੂੰ ਜਸਟਿਸ ਦੇਣਾ ਚਾਹੀਦਾ ਹੈ। ਉਮੀਦ ਕਰਦੇ ਹਾਂ ਕਿ ਇਹ ਸੰਵਾਦ, ਇਹ ਵਾਰਤਾਲਾਪ ਸਰਕਾਰੀ ਦਰਬਾਰੇ ਲਾਜ਼ਮੀ ਤੌਰ ਤੇ ਪਹੁੰਚੇਗਾ ਤੇ ਸਰਕਾਰ ਵੀ ਇਸ ਮਸਲੇ ਤੇ, ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੜੀ ਸੰਜੀਦਗੀ ਦੇ ਨਾਲ ਇਸ ਮਸਲੇ ਤੇ ਐਕਸ਼ਨ ਲੈਣਗੇ ਤੇ ਇਹਦੀ ਇਨਵੈਸਟੀਗੇਸ਼ਨ ਕਰਾਉਣਗੇ। ਕਿਉਂਕਿ ਪੰਜਾਬ ਦੀ ਬਦਕਿਸਮਤੀ ਹੈ ਕਿ ਇਹਨਾਂ ਗੱਲਾਂ ਦੇ ਕਰਕੇ ਹੀ ਅੱਜ ਪੰਜਾਬੀ ਪੰਜਾਬ ਤੋਂ ਪ੍ਰਵਾਸ ਕਰ ਰਹੇ ਨੇ, ਵਿਦੇਸ਼ੀ ਮੁਲਕਾਂ ਨੂੰ ਜਾ ਰਹੇ ਨੇ। ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅਸੀਂ ਇੱਥੇ ਸੁਰੱਖਿਅਤ ਨਹੀਂ ਹੈਗੇ, ਸਾਡੇ ਬੱਚੇ ਸੁਰੱਖਿਅਤ ਨਹੀਂ, ਸਾਡੀ ਜਾਇਦਾਦ ਸੁਰੱਖਿਅਤ ਨਹੀਂ ਹੈ। ਤੇ ਇਸੇ ਹੀ ਤਰ੍ਹਾਂ ਦਾ ਇਹ ਕੇਸ ਗਿਆਨ ਸਿੰਘ ਕਾਲੜਾ ਹੋਰਾਂ ਨੇ ਸਾਡੇ ਸਾਹਮਣੇ ਰੱਖਿਆ, ਜਿਹੜਾ ਕਿ ਬਿਲਕੁਲ ਜਾਂਚ ਦਾ ਵਿਸ਼ਾ ਹੈਗਾ ਤੇ ਸਰਕਾਰ ਨੂੰ ਇਸ ਮਸਲੇ ਤੇ ਗੰਭੀਰਤਾ ਵਿਖਾਉਣ ਦੀ ਲੋੜ ਹੈ। ਕੈਮਰਾਮੈਨ ਸਤਨਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ ਟੀਵੀ, ਜਲੰਧਰ।